ਮੈਂ ਆਪਣੇ ਘਰਦਿਆਂ ਦੀ ਮਰਜ਼ੀ ਖਿਲਾਫ ਜਾ ਕੇ ਵਿਆਹ ਕਰਵਾਇਆ ਸੀ, ਕਿਉਂਕਿ ਜਿੱਥੇ ਮੇਰੇ ਮਾਪਿਓ ਵਿਆਹ ਕਰਨਾ ਚਾਹੁੰਦੇ ਸਨ, ਮੈਨੂੰ ਉਹ ਮੁੰਡਾ ਪਸੰਦ ਨਹੀਂ ਸੀ ਤੇ ਇੱਕ ਅਣਜਾਣ ਆਦਮੀ ਨਾਲ ਆਪਣੀ ਸਾਰੀ ਉਮਰ ਕਿੱਦਾਂ ਕੱਟ ਸਕਦੀ ਸੀ। ਤੇ ਮੈਂ ਸੋਚ ਲਿਆ ਸੀ, ਵਿਆਹ ਵਾਲੇ ਦਿਨ ਜਦੋਂ ਮੈਂ ਤਿਆਰ ਹੋਣ ਲਈ ਪਾਰਲਰ ਗਈ, ਮੈਂ ਸੋਚਿਆ ਸੀ ਕਿ ਮੈਂ ਇੱਥੋਂ ਭੱਜ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲੈਣਾ ਹੈ ਤੇ ਮੈਂ ਇੱਦਾਂ ਹੀ ਕੀਤਾ ਸੀ। ਮੈਂ ਉੱਥੋਂ ਉਸ ਨਾਲ ਚਲੀ ਗਈ ਸੀ ਅਤੇ ਉਸ ਇਨਸਾਨ ਨਾਲ ਵਿਆਹ ਕਰਵਾ ਲਿਆ ਸੀ ਤੇ ਹਮੇਸ਼ਾ ਲਈ ਆਪਣੇ ਮਾਪਿਓ ਦਾ ਘਰ ਛੱਡ ਦਿੱਤਾ ਸੀ, ਕਿਉਂਕਿ ਮੈਨੂੰ ਪਤਾ ਸੀ ਮੇਰੇ ਇਸ ਕਦਮ ਤੋਂ ਬਾਅਦ ਉਹ ਮੈਨੂੰ ਆਪਣੇ ਘਰ ਵੜਨ ਨਹੀਂ ਦੇਣਗੇ। ਮੇਰੇ ਮਾਪਿਓ ਤੇ ਮੇਰੇ ਭਰਾ ਨਾਲ ਬਹੁਤ ਨਾਰਾਜ਼ ਸੀ। ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਨ ਵਾਲਾ ਸੀ। ਉਹ ਮੇਰੀ ਹਰ ਗੱਲ ਮੰਨਦਾ ਸੀ, ਪਰ ਉਸਦੇ ਮਾਪਿਓ ਨੇ ਮੈਨੂੰ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਅਸੀਂ ਆਪਣਾ ਅਲੱਗ ਆਸ਼ੀਆਨਾ ਬਣਾ ਲਿਆ ਸੀ। ਮੈਨੂੰ ਮੇਰੇ ਘਰ ਵਾਲੇ ਨੇ ਹਰ ਖੁਸ਼ੀ ਦਿੱਤੀ, ਹਰ ਸੁੱਖ ਦਿੱਤਾ। ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ। ਵਿਆਹ ਤੋਂ 3 ਸਾਲ ਬਾਅਦ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ, ਤਾਂ ਮੈਂ ਖੁਸ਼ੀ ਆਪਣੇ ਘਰ ਵਾਲੇ ਨੂੰ ਦਿੱਤੀ। ਉਹ ਮੇਰੀ ਤਰ੍ਹਾਂ ਆਉਣ ਵਾਲੇ ਬੱਚੇ ਦੀ ਖਬਰ ਸੁਣ ਕੇ ਬਹੁਤ ਖੁਸ਼ ਹੋਏ। ਉਸ ਸਮੇਂ ਉਹ ਦਫ਼ਤਰ ਵਿੱਚ ਸੀ ਅਤੇ ਇਹ ਖਬਰ ਸੁਣ ਕੇ ਉਹ ਵਾਪਸ ਘਰ ਜਲਦੀ ਛੁੱਟੀ ਲੈ ਕੇ ਆ ਰਹੇ ਸਨ। ਮੈਨੂੰ ਕੀ ਪਤਾ ਸੀ ਕਿ ਉਹ ਅੱਜ ਆਖਰੀ ਵਾਰ ਘਰ ਆ ਰਹੇ ਹਨ, ਨਹੀਂ ਤਾਂ ਮੈਂ ਉਹਨਾਂ ਨੂੰ ਰੋਕ ਦਿੰਦੀ। ਕਾਸ਼ ਮੈਨੂੰ ਪਤਾ ਹੁੰਦਾ ਤਾਂ ਮੈਂ ਉਹਨਾਂ ਨੂੰ ਨਾ ਆਉਣ ਦਿੰਦੀ। ਦਫ਼ਤਰ ਤੋਂ ਆਉਂਦੇ ਹੋਏ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਗਈ ਸੀ। ਮੇਰਾ ਬੱਚਾ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਪਿਓ ਦੇ ਸਾਏ ਤੋਂ ਵਾਂਝਾ ਰਹਿ ਗਿਆ ਸੀ। ਮੈਂ ਹੁਣ ਬਿਲਕੁਲ ਇਕੱਲੀ ਰਹਿ ਗਈ ਸੀ। ਮੈਂ ਆਪਣਿਆਂ ਨੂੰ ਪਹਿਲਾਂ ਹੀ ਛੱਡ ਦਿੱਤਾ ਸੀ ਅਤੇ ਗੈਰਾਂ ਦੇ ਜਾਣ ਦਾ ਜ਼ਮਾਨਾ ਨਹੀਂ ਸੀ। ਕੀ ਪਤਾ ਇਕੱਲੀ ਔਰਤ ਨੂੰ ਦੇਖ ਕੇ ਕਿਸ ਦੇ ਦਿਲ ਵਿੱਚ ਪਾਪ ਆ ਜਾਏ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕਿੱਥੇ ਜਾਵਾਂ, ਕਿਸ ਤੋਂ ਮਦਦ ਲਵਾਂ। ਫਿਰ ਅਚਾਨਕ ਚੇਤਾ ਆਇਆ ਕਿ ਮੇਰੇ ਘਰ ਵਾਲੇ ਦੀ ਇੱਕ ਦੂਰ ਦੀ ਰਿਸ਼ਤੇਦਾਰ, ਜੋ ਕਿ ਬੁੱਢੀ ਔਰਤ ਸੀ, ਉਹ ਵੀ ਇਕੱਲੀ ਸੀ। ਉਸ ਨੂੰ ਮੈਂ ਆਪਣੇ ਕੋਲ ਲੈ ਆਈ। ਉਸ ਨੂੰ ਅਸੀਂ ਮਾਸੀ ਕਹਿੰਦੇ ਸੀ। ਅਸੀਂ ਦੋਨੋਂ ਔਰਤਾਂ ਆਪਣੀ ਜ਼ਿੰਦਗੀ ਨੂੰ ਜਿਵੇਂ ਕਿਵੇਂ ਜੀ ਰਹੀਆਂ ਸੀ। ਫਿਰ ਕੁਝ ਸਮੇਂ ਬਾਅਦ ਮੈਂ ਇੱਕ ਸਿਹਤਮੰਦ ਧੀ ਨੂੰ ਜਨਮ ਦਿੱਤਾ। ਹੁਣ ਤਾਂ ਮੇਰੀ ਚਿੰਤਾ ਹੋਰ ਵੀ ਵੱਧ ਗਈ ਸੀ। ਇੱਕ ਇਕੱਲੀ ਜਵਾਨ ਔਰਤ ਉੱਤੇ ਧੀ ਦਾ ਖਾਣ ਪਾਣ, ਉਸਦੀ ਪੜ੍ਹਾਈ, ਉਸਦੀ ਪਰਵਰਿਸ਼, ਸਾਰੀ ਜ਼ਿੰਮੇਵਾਰੀ ਮੇਰੇ 'ਤੇ ਸੀ। ਮਾਸੀ ਮੇਰਾ ਬਹੁਤ ਸਾਥ ਦਿੰਦੀ ਸੀ। ਉਹ ਮੇਰੀ ਧੀ ਨੂੰ ਸੰਭਾਲਦੀ ਤੇ ਮੈਂ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਦੀ ਸੀ। ਮੈਨੂੰ ਨੇੜੇ ਹੀ ਸਕੂਲ ਵਿੱਚ ਟੀਚਰ ਦੀ ਨੌਕਰੀ ਮਿਲ ਗਈ। ਹੁਣ ਅਸੀਂ ਆਪਣਾ ਗੁਜ਼ਾਰਾ ਜਿਵੇਂ ਕਿਵੇਂ ਚਲਾਉਣ ਲੱਗੇ। ਮੇਰੀ ਧੀ ਰੌਸ਼ਨੀ ਹੁਣ ਵੱਡੀ ਹੋ ਰਹੀ ਸੀ। ਹੌਲੀ ਉਹ ਜਵਾਨ ਹੋ ਗਈ। ਬਹੁਤ ਹੀ ਜ਼ਿਆਦਾ ਸੋਹਣੀ ਸੀ। ਕਦੀ ਮੈਨੂੰ ਉਸਦੇ ਸੋਹਣੇ ਹੋਣ ਤੋਂ ਡਰ ਲੱਗਦਾ ਸੀ, ਕਿਉਂਕਿ ਗਰੀਬਾਂ ਦੇ ਘਰ ਸੋਹਣਾ ਹੋਣਾ ਵੀ ਇੱਕ ਸ਼ਰਾਪ ਹੈ। ਮੈਂ ਉਸਦੀ ਵਧੀਆ ਪੜ੍ਹਾਈ ਕਰਵਾਈ ਸੀ, ਉਸਦੀ ਚੰਗੀ ਪਰਵਰਿਸ਼ ਕੀਤੀ ਸੀ। ਹੁਣ ਮੈਂ ਵੀ ਥੱਕਣ ਲੱਗੀ ਸੀ। ਹੁਣ ਤਾਂ ਮੈਨੂੰ ਬਸ ਇੱਕ ਹੀ ਚਿੰਤਾ ਸੀ, ਜੋ ਹਰ ਮਾਂ ਨੂੰ ਹੁੰਦੀ ਹੈ, ਕਿ ਮੇਰੀ ਧੀ ਦਾ ਵਿਆਹ ਕਿਸੇ ਵਧੀਆ ਘਰ ਹੋ ਜਾਵੇ। ਮੈਂ ਚਾਹੁੰਦੀ ਸੀ ਕਿ ਮੇਰੀ ਧੀ ਦਾ ਵਿਆਹ ਇੱਕ ਵਧੀਆ ਅਤੇ ਅਮੀਰ ਘਰ ਵਿੱਚ ਹੋਵੇ, ਤਾਂ ਜੋ ਮੇਰੀ ਧੀ ਆਪਣੀ ਜ਼ਿੰਦਗੀ ਵਧੀਆ ਗੁਜ਼ਾਰੇ। ਮੈਂ ਆਪਣੀ ਧੀ ਨੂੰ ਮਸਾਂ ਪੜ੍ਹਾਈ ਪੂਰੀ ਕਰਵਾ ਸਕੀ। ਮੈਂ ਆਪਣੇ ਸਕੂਲ ਵਿੱਚ ਸਾਰਿਆਂ ਨੂੰ ਕਿਹਾ ਹੋਇਆ ਸੀ ਕਿ ਜੇਕਰ ਕੋਈ ਚੰਗਾ ਘਰ ਹੋਵੇ ਤਾਂ ਮੇਰੀ ਧੀ ਬਾਰੇ ਦੱਸਣਾ। ਇੱਕ ਦਿਨ ਮੈਂ ਸਕੂਲ ਵਿੱਚ ਸੀ। ਉਸ ਸਮੇਂ ਉੱਥੇ ਮੇਰੀ ਬਹੁਤ ਚੰਗੀ ਸਹੇਲੀ ਸਰਿਤਾ ਆਈ। ਉਸਨੇ ਮੈਨੂੰ ਕਿਹਾ ਕਿ ਮੇਰੀ ਭੈਣ ਆਪਣੇ ਮੁੰਡੇ ਲਈ ਰਿਸ਼ਤਾ ਲੱਭ ਰਹੀ ਹੈ, ਘਰ ਵੀ ਵਧੀਆ ਹੈ। ਮੈਂ ਤਾਂ ਤੇਰੀ ਧੀ ਦਾ ਰਿਸ਼ਤਾ ਇੱਥੇ ਕਰਵਾਉਣਾ ਚਾਹੁੰਦੀ ਹਾਂ। ਸਰਿਤਾ ਨੇ ਇੰਨੇ ਪਿਆਰ ਨਾਲ ਕਿਹਾ ਸੀ ਕਿ ਮੈਨੂੰ ਉਸ 'ਤੇ ਯਕੀਨ ਹੋ ਗਿਆ ਸੀ। ਉਂਝ ਵੀ ਉਹ ਮੇਰੀ ਚੰਗੀ ਦੋਸਤ ਸੀ। ਮੈਂ ਬਹੁਤ ਖੁਸ਼ ਸੀ। ਸਾਡਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਲੱਗਾ ਹੀ ਰਹਿੰਦਾ ਸੀ। ਮੈਂ ਮੁੰਡੇ ਵਾਲਿਆਂ ਨੂੰ ਆਪਣੇ ਘਰ ਬੁਲਾ ਲਿਆ। ਉਸ ਦਿਨ ਮੈਨੂੰ ਬਹੁਤ ਸਕੂਨ ਮਿਲਿਆ ਸੀ ਕਿ ਮੇਰੀ ਧੀ ਵਧੀਆ ਤੇ ਅਮੀਰ ਘਰ ਜਾਵੇਗੀ। ਮੇਰੀ ਸਾਰੀ ਚਿੰਤਾ ਦੂਰ ਹੋ ਗਈ ਸੀ ਕਿ ਮੇਰੀ ਧੀ ਆਪਣੀ ਜ਼ਿੰਦਗੀ ਐਸ਼ੋ ਆਰਾਮ ਵਿੱਚ ਕੱਟੂਗੀ। ਕੁਝ ਦਿਨ ਬਾਅਦ ਸਰਿਤਾ ਦੀ ਭੈਣ ਸਾਡੇ ਘਰ ਆਈ ਤੇ ਉਹ ਸਮਾਨ ਨਾਲ ਲੱਦੀ ਆਈ ਸੀ। ਮੇਰੀ ਧੀ ਨੂੰ ਉਸਨੇ ਪਹਿਲੀ ਨਜ਼ਰ ਵਿੱਚ ਪਸੰਦ ਕਰ ਲਿਆ ਸੀ ਅਤੇ ਉਹ ਬਹੁਤ ਖੁਸ਼ ਲੱਗੀ। ਮੈਨੂੰ ਕੁਝ ਕਹਿਣ ਦਾ ਮੌਕਾ ਨਾ ਦਿੱਤਾ। ਮੇਰੇ ਤੋਂ ਹਾਂ ਕਰਵਾ ਕੇ ਉਸਨੇ ਸਾਹ ਲਿਆ। ਮੈਨੂੰ ਵੀ ਉਹ ਖਾਨਦਾਨੀ ਤੇ ਸੁਲਝੇ ਹੋਏ ਲੱਗੇ
ਆਪਣੀ ਧੀ ਦੇ ਭਾਗ ਚਮਕਦੇ ਦੇਖ ਮੈਂ ਬਹੁਤ ਖੁਸ਼ ਸੀ। ਉਹਨਾਂ ਨੂੰ ਵਿਆਹ ਦੀ ਕਾਹਲੀ ਸੀ ਤੇ ਮੈਨੂੰ ਵੀ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਮੁੰਡੇ ਦਾ ਘਰ ਪਰਿਵਾਰ ਛੋਟਾ ਸੀ। ਉਸ ਦਾ ਵੀ ਪਿਓ ਨਹੀਂ ਸੀ, ਬਸ ਇੱਕ ਮਾਂ ਤੇ ਛੋਟੀ ਭੈਣ ਸੀ। ਨਿੱਕਾ ਜਿਹਾ ਟੱਬਰ ਸੀ। ਦੂਜਾ ਮੇਰੀ ਚੰਗੀ ਸਹੇਲੀ ਸਰਿਤਾ ਦੀ ਭੈਣ ਦਾ ਮੁੰਡਾ ਸੀ। ਮੈਨੂੰ ਪੂਰਾ ਭਰੋਸਾ ਸੀ ਘਰ-ਬਾਰ ਚੰਗਾ ਸੀ, ਮੇਰੀ ਧੀ ਖੁਸ਼ ਰਹੂਗੀ। ਮੈਂ ਜੋ ਵੀ ਹੁਣ ਤੱਕ ਜੋੜਿਆ ਸੀ, ਉਹ ਮੈਂ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ 'ਤੇ ਲਾ ਦਿੱਤਾ। ਉਸ ਲਈ ਹਰ ਉਹ ਚੀਜ਼ ਕੀਤੀ ਜੋ ਇੱਕ ਮਾਂ ਆਪਣੀ ਧੀ ਲਈ ਕਰਦੀ ਹੈ। ਮੈਂ ਉਸ ਦੇ ਵਿਆਹ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਸੀ। ਮੈਂ ਉਸ ਨੂੰ ਸਭ ਦਿੱਤਾ ਜੋ ਮੈਂ ਦੇ ਸਕਦੀ ਸੀ ਤੇ ਫਿਰ ਆਪਣੇ ਆਸ਼ੀਰਵਾਦ ਦੇ ਨਾਲ ਉਸ ਨੂੰ ਵਿਦਾ ਕਰ ਦਿੱਤਾ ਸੀ। ਅੱਜ ਮੈਂ ਬਹੁਤ ਹਲਕਾ ਮਹਿਸੂਸ ਕਰ ਰਹੀ ਸੀ। ਮੇਰੀ ਜ਼ਿੰਮੇਵਾਰੀ ਅੱਜ ਪੂਰੀ ਹੋ ਗਈ ਸੀ। ਧੀ ਦੇ ਜਾਣ ਬਾਅਦ ਮੈਂ ਉਦਾਸ ਤਾਂ ਸੀ, ਪਰ ਉਸ ਘੜੀ ਵਿੱਚੋਂ ਹਰ ਮਾਂ ਨੂੰ ਗੁਜ਼ਰਦੀ ਹੈ। ਧੀ ਤਾਂ ਹੁੰਦੀ ਹੀ ਪਰਾਇਆ ਧਨ ਹੈ, ਉਸ ਨੂੰ ਹੀ ਜਾਣਾ ਪੈਂਦਾ ਹੈ। ਵਿਆਹ ਤੋਂ ਬਾਅਦ ਮੇਰੀ ਧੀ ਪੇਕੇ 2-3 ਵਾਰ ਆਈ ਸੀ। ਉਸ ਦੇ ਚਿਹਰੇ 'ਤੇ ਚਮਕ ਤੇ ਖੁਸ਼ੀ ਨਜ਼ਰ ਆ ਰਹੀ ਸੀ, ਜਿਸ ਤੋਂ ਲੱਗਦਾ ਸੀ ਕਿ ਉਹ ਆਪਣੇ ਘਰ ਖੁਸ਼ ਹੈ ਤੇ ਸਕੂਨ ਨਾਲ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੇਰਾ ਸੁਪਨਾ ਪੂਰਾ ਹੋ ਗਿਆ ਸੀ। ਮੇਰੀ ਧੀ ਖੁਸ਼ ਸੀ। ਪਰ ਇੱਕ ਦਿਨ ਮੇਰੀ ਧੀ ਨੇ ਮਿਲ ਕੇ ਜੋ ਦੱਸਿਆ, ਮੈਂ ਤਾਂ ਬੇਚੈਨ ਹੋ ਗਈ ਸੀ। ਉਸਨੇ ਕਿਹਾ ਕਿ ਮੈਂ ਆਪਣੀ ਸੱਸ ਨਾਲ ਪਿੰਡ ਰਹਿਣ ਜਾ ਰਹੀ ਹਾਂ ਤੇ ਮੇਰੇ ਘਰ ਵਾਲੇ ਨੂੰ ਕੰਮ ਲਈ ਬਾਹਰ ਭੇਜ ਰਹੇ ਹਨ। ਇਸ ਕਰਕੇ ਮੈਂ ਤੇ ਮੇਰੀ ਸੱਸ ਇੰਨੇ ਵੱਡੇ ਸ਼ਹਿਰ ਵਿੱਚ ਅਸੀਂ ਇਕੱਲੇ ਨਹੀਂ ਰਹਿ ਸਕਦੇ। ਇਸ ਕਰਕੇ ਅਸੀਂ ਪਿੰਡ ਜਾ ਰਹੇ ਹਾਂ। ਮੈਂ ਤਾਂ ਆਪਣੀ ਧੀ ਦੀ ਜੁਦਾਈ ਦੀ ਗੱਲ ਸੁਣ ਕੇ ਦੁਖੀ ਹੋ ਗਈ ਸੀ, ਕਿਉਂਕਿ ਮੈਂ ਆਪਣੀ ਧੀ ਤੋਂ ਜੁਦਾ ਹੋਣ ਬਾਰੇ ਕਦੀ ਸੋਚਿਆ ਨਹੀਂ ਸੀ। ਮੈਂ ਕਦੀ ਉਸ ਨੂੰ ਆਪਣੇ ਤੋਂ ਦੂਰ ਨਹੀਂ ਭੇਜਿਆ ਸੀ, ਪਰ ਉਸ ਕੋਲ ਹੋਰ ਕੋਈ ਰਾਸਤਾ ਨਹੀਂ ਸੀ। ਮੈਂ ਆਪਣੇ ਦਿਲ ਨੂੰ ਪੱਥਰ ਕਰਕੇ ਉਸ ਨੂੰ ਮਿਲਣ ਗਈ ਅਤੇ ਉਹ ਆਪਣੀ ਸੱਸ ਨਾਲ ਪਿੰਡ ਚਲੀ ਗਈ ਸੀ। ਰੌਸ਼ਨੀ ਦੇ ਜਾਣ ਮਗਰੋਂ ਕਈ ਦਿਨ ਤਾਂ ਮੈਂ ਉਦਾਸ ਰਹੀ, ਪਰ ਰੌਸ਼ਨੀ ਮੈਨੂੰ ਆਪਣੀ ਖਬਰਸਾਰ ਦਿੰਦੀ ਰਹਿੰਦੀ ਸੀ ਤਾਂ ਮੇਰੀ ਚਿੰਤਾ ਘਟ ਜਾਂਦੀ। ਇੱਕ ਦਿਨ ਰੌਸ਼ਨੀ ਨੇ ਮੈਨੂੰ ਫ਼ੋਨ 'ਤੇ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ। ਮੈਂ ਬਹੁਤ ਖੁਸ਼ ਸੀ। ਹਰ ਰੋਜ਼ ਫ਼ੋਨ 'ਤੇ ਉਸ ਦਾ ਹਾਲ ਪੁੱਛ ਲੈਂਦੀ, ਉਸ ਨਾਲ ਗੱਲ ਕਰ ਲੈਂਦੀ, ਪਰ ਹੁਣ ਰੌਸ਼ਨੀ ਨਾਲ ਮੇਰੀ ਗੱਲ ਨਹੀਂ ਹੁੰਦੀ ਸੀ। ਉਸ ਦਾ ਫ਼ੋਨ ਹੁਣ ਉਸ ਦੀ ਸੱਸ ਚੁੱਕਦੀ ਤੇ ਕਹਿ ਦਿੰਦੀ ਕਿ ਉਹ ਬਿਲਕੁਲ ਠੀਕ ਹੈ, ਆਰਾਮ ਕਰ ਰਹੀ ਹੈ। ਮੈਂ ਤੁਹਾਡੀ ਗੱਲ ਨਹੀਂ ਕਰਵਾ ਸਕਦੀ ਕਿਉਂਕਿ ਹਾਲੇ ਉਹ ਆਰਾਮ ਕਰ ਰਹੀ ਹੈ। ਮੈਂ ਆਪਣੇ ਪਰਮਾਤਮਾ ਦਾ ਸ਼ੁਕਰ ਕਰਦੀ ਕਿ ਮੇਰੀ ਧੀ ਦੀ ਸੱਸ ਉਸ ਦਾ ਆਪਣੀ ਧੀ ਵਾਂਗ ਧਿਆਨ ਰੱਖਦੀ ਹੈ। ਪਰ ਇੱਕ ਰਾਤ ਮੈਨੂੰ ਧੀ ਦੇ ਸਹੁਰਿਆਂ ਤੋਂ ਅਜਿਹੀ ਖਬਰ ਮਿਲੀ ਕਿ ਮੇਰੀ ਤਾਂ ਦੁਨੀਆ ਹੀ ਉਜੜ ਗਈ। ਮੈਨੂੰ ਫ਼ੋਨ 'ਤੇ ਕਿਹਾ ਗਿਆ ਕਿ ਤੁਹਾਡੀ ਧੀ ਦੀ ਅਚਾਨਕ ਹਾਲਤ ਖਰਾਬ ਹੋਣ ਨਾਲ ਮੌਤ ਹੋ ਗਈ ਹੈ। ਮੇਰੇ 'ਤੇ ਪਹਾੜ ਟੁੱਟ ਗਿਆ ਸੀ। ਕੁਝ ਸਮਝ ਨਾ ਆਏ ਕੀ ਕਰਾਂ। ਮੇਰੀ ਹਾਲਤ ਖਰਾਬ ਹੋ ਗਈ ਸੀ। ਜਦੋਂ ਹੋਸ਼ ਆਇਆ ਤਾਂ ਮੈਂ ਬਹੁਤ ਉੱਚੀ-ਉੱਚੀ ਰੋਈ। ਮੇਰਾ ਗਲਾ ਸੁੱਕ ਗਿਆ, ਮੇਰੀ ਆਵਾਜ਼ ਬੰਦ ਹੋ ਗਈ ਸੀ। ਮੇਰੀ ਧੀ ਹੀ ਮੇਰਾ ਸਭ ਕੁਝ ਸੀ, ਉਸ ਤੋਂ ਬਿਨਾਂ ਮੇਰਾ ਕੋਈ ਨਹੀਂ ਸੀ। ਮੈਂ ਆਪਣੀ ਧੀ ਨੂੰ ਆਵਾਜ਼ਾਂ ਦੇ ਰਹੀ ਸੀ। ਮੈਨੂੰ ਤਾਂ ਉਸ ਦੇ ਪਿੰਡ ਦਾ ਵੀ ਪਤਾ ਨਹੀਂ ਸੀ ਕਿ ਕਿੱਥੇ ਹੈ। ਮੈਂ ਕੀ ਕਰਾਂ? ਫਿਰ ਮੈਂ ਆਪਣੀ ਸਹੇਲੀ ਨੂੰ ਫ਼ੋਨ ਕੀਤਾ, ਉਸ ਤੋਂ ਪਿੰਡ ਦਾ ਪਤਾ ਲਿਆ। ਉਸਨੇ ਕਿਹਾ ਕਿ ਉਹ ਵੀ ਪਿੰਡ ਆਈ ਹੈ। ਮੈਂ ਉਸਨੂੰ ਕਿਹਾ ਕਿ ਮੈਨੂੰ ਕੁਝ ਤਾਂ ਅਤਾ ਪਤਾ ਦੇ। ਫਿਰ ਉਸਨੇ ਅੱਕਦੇ ਹੋਏ ਮੈਨੂੰ ਪਿੰਡ ਬਾਰੇ ਦੱਸਿਆ। ਮੈਂ ਤਾਂ ਰੋ-ਰੋ ਕੇ ਬੇਹਾਲ ਸੀ। ਮੈਂ ਉਸਦੀ ਸੱਸ ਨੂੰ ਬੇਨਤੀ ਕੀਤੀ ਸੀ ਕਿ ਹਾਲੇ ਸੰਸਕਾਰ ਨਾ ਕਰਨਾ, ਮੈਂ ਇੱਕ ਵਾਰੀ ਆਪਣੀ ਧੀ ਦਾ ਮੂੰਹ ਵੇਖ ਲਵਾਂ। ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਉੱਥੇ ਪੁੱਜੀ। ਜਦੋਂ ਮੈਂ ਉੱਥੇ ਗਈ, ਸਾਰਾ ਘਰ ਲੋਕਾਂ ਨਾਲ ਭਰਿਆ ਸੀ। ਹੈਰਾਨੀ ਵਾਲੀ ਗੱਲ ਸੀ ਕਿ ਮੇਰੀ ਧੀ ਦੀ ਲਾਸ਼ ਇੱਕ ਅਲੱਗ ਕਮਰੇ ਵਿੱਚ ਪਈ ਸੀ। ਉਸ ਨੂੰ ਇੱਕ ਮੋਟੇ ਕੰਬਲ ਵਿੱਚ ਲਪੇਟ ਕੇ ਰੱਖਿਆ ਸੀ। ਮੈਂ ਉਸ ਨੂੰ ਲਿਪਟ ਕੇ ਰੋਣ ਲੱਗ ਪਈ। ਮੇਰੇ ਘਰ ਵਾਲੇ ਤੋਂ ਬਾਅਦ ਰੌਸ਼ਨੀ ਹੀ ਮੇਰਾ ਸਭ ਕੁਝ ਸੀ ਤੇ ਉਹ ਵੀ ਮੈਨੂੰ ਇਕੱਲੀ ਛੱਡ ਗਈ ਸੀ। ਫਿਰ ਕੁਝ ਔਰਤਾਂ ਨੇ ਮੈਨੂੰ ਰੌਸ਼ਨੀ ਤੋਂ ਦੂਰ ਕਰ ਦਿੱਤਾ ਤੇ ਕਿਹਾ ਕਿ ਸੰਸਕਾਰ ਦਾ ਸਮਾਂ ਹੋ ਗਿਆ ਹੈ ਤੇ ਕਿਹਾ ਹਿੰਮਤ ਕਰੋ, ਜੋ ਆਇਆ ਹੈ ਉਸ ਨੇ ਜਾਣਾ ਹੀ ਹੈ। ਮੇਰੀ ਧੀ ਦੇ ਅੰਤਿਮ ਸੰਸਕਾਰ ਦੀ ਤਿਆਰੀ ਹੋਣ ਲੱਗੀ। ਮੈਂ ਇੱਕ ਪਾਸੇ ਬੇਹਾਲ ਬੈਠੀ ਸੀ। ਇੰਨੇ ਨੂੰ ਮੈਨੂੰ ਪਾਣੀ ਪਿਲਾਉਣ ਲਈ ਇੱਕ ਨੌਕਰਾਣੀ ਆਈ ਤੇ ਮੇਰੇ ਕੰਨ ਵਿੱਚ ਬੋਲੀ ਕਿ ਤੁਸੀਂ 5 ਮਿੰਟ ਆਪਣੀ ਧੀ ਦੇ ਕਮਰੇ ਵਿੱਚ ਚੱਲੋ। ਮੈਂ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਸੀ। ਆਖਰ ਕੁਝ ਤਾਂ ਰਾਜ਼ ਸੀ ਮੇਰੀ ਧੀ ਦੀ ਮੌਤ ਦੇ ਪਿੱਛੇ। ਮੈਂ ਆਪਣੇ ਆਪ ਨੂੰ ਜਲਦੀ ਨਾਲ ਸੰਭਾਲਿਆ ਅਤੇ ਰੌਸ਼ਨੀ ਦੀ ਸੱਸ ਨੂੰ ਕਿਹਾ ਕਿ ਮੇਰੀ ਧੀ ਨੂੰ ਹੁਣ ਹਮੇਸ਼ਾ ਲਈ ਮੈਨੂੰ ਛੱਡ ਕੇ ਜਾ ਰਹੀ ਹੈ। ਮੈਂ ਬੇਨਤੀ ਕਰਦੀ ਹਾਂ ਕਿ ਮੈਨੂੰ ਮੇਰੀ ਧੀ ਦੇ ਨਾਲ 5 ਮਿੰਟ ਇਕੱਲੇ ਰਹਿਣ ਦਿਓ।
ਤਾਂ ਜੋ ਮੈਂ ਉਸ ਨਾਲ ਸਕੂਨ ਨਾਲ ਬਹਿ ਸਕਾਂ। ਮੈਂ ਬੇਨਤੀ ਕਰਦੀ ਹਾਂ। ਰੋਸ਼ਨੀ ਦੀ ਸੱਸ ਨੇ ਮੇਰੇ ਵੱਲ ਦੇਖਿਆ ਤੇ ਕਿਹਾ, ਠੀਕ ਹੈ। ਫਿਰ ਉਸਨੇ ਸਭ ਔਰਤਾਂ ਨੂੰ ਕਮਰੇ ਵਿੱਚੋਂ ਬਾਹਰ ਆਉਣ ਲਈ ਕਿਹਾ ਤੇ ਮੈਨੂੰ ਅੰਦਰ ਛੱਡ ਦਿੱਤਾ। ਹੁਣ ਮੈਂ ਤੇ ਮੇਰੀ ਧੀ ਦੋਨੋਂ ਹੀ ਕਮਰੇ ਵਿੱਚ ਇਕੱਲੇ ਸੀ। ਮੈਂ ਉੱਚੀ ਉੱਚੀ ਰੋ ਰਹੀ ਸੀ। ਮੇਰਾ ਦਿਲ ਕਰਦਾ ਸੀ ਕਿ ਆਪਣੀ ਧੀ ਨੂੰ ਆਪਣੇ ਸੀਨੇ ਵਿੱਚ ਲਗਾ ਲਵਾਂ। ਫਿਰ ਉਸ ਕਮਰੇ ਦੀ ਪਿਛਲੀ ਖਿੜਕੀ ਵਿੱਚੋਂ ਉਹ ਨੌਕਰਾਣੀ ਆਈ। ਮੈਨੂੰ ਉਸ ਦਾ ਇੰਤਜ਼ਾਰ ਸੀ। ਆਖਰ ਮੇਰੀ ਧੀ ਦੀ ਮੌਤ ਬਾਰੇ ਉਸ ਨੂੰ ਕੁਝ ਪਤਾ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਤੁਸੀਂ ਕੁਝ ਦੱਸਣਾ ਚਾਹੁੰਦੇ ਸੀ। ਦੱਸੋ, ਕੀ ਦੱਸਣਾ ਹੈ? ਉਸ ਨੇ ਮੇਰੇ ਕੰਨ ਵਿੱਚ ਕਿਹਾ ਕਿ ਤੁਹਾਡੀ ਧੀ ਜਿਉਂਦੀ ਹੈ। ਸੱਚ ਨਹੀਂ ਆਉਂਦਾ ਤਾਂ ਚੈੱਕ ਕਰ ਲਵੋ। ਮੈਂ ਹੈਰਾਨੀ ਨਾਲ ਰੋਸ਼ਨੀ ਦੇ ਮੂੰਹ ਤੋਂ ਕੱਪੜਾ ਚੁੱਕਿਆ, ਪਰ ਉਸ ਦਾ ਮੂੰਹ ਅਤੇ ਬੁੱਲ੍ਹ ਨੀਲੇ ਹੋਏ ਸਨ ਤੇ ਸਰੀਰ ਠੰਡਾ ਪਿਆ ਸੀ। ਉਸ ਦੇ ਜਿਉਂਦੇ ਹੋਣ ਦੀ ਕੋਈ ਉਮੀਦ ਨਹੀਂ ਲੱਗਦੀ ਸੀ, ਪਰ ਮੈਂ ਉਸ ਨੌਕਰਾਣੀ ਦੀ ਗੱਲ ਨੂੰ ਇਗਨੋਰ ਵੀ ਨਹੀਂ ਕਰ ਸਕਦੀ ਸੀ। ਮੈਂ ਫਿਰ ਜਲਦੀ ਨਾਲ ਆਪਣੀ ਧੀ ਦੇ ਮੂੰਹ ਕੋਲ ਆਪਣੇ ਕੰਨ ਲਾਏ ਤੇ ਉਸ ਦੀ ਜ਼ੁਬਾਨ ਚੈੱਕ ਕੀਤੀ ਤਾਂ ਬਹੁਤ ਦੇਰ ਸੁਣਨ ਤੋਂ ਬਾਅਦ ਮੈਨੂੰ ਲੱਗਾ ਕਿ ਮੇਰੀ ਧੀ ਦੇ ਸਾਹ ਹੌਲੀ-ਹੌਲੀ ਚੱਲ ਰਹੇ ਸੀ। ਨੌਕਰਾਣੀ ਸਹੀ ਕਹਿ ਰਹੀ ਸੀ। ਇਹ ਲੋਕ ਬਹੁਤ ਸ਼ਾਤਰ ਸੀ। ਜ਼ਰੂਰ ਇਹਨਾਂ ਨੇ ਮੇਰੀ ਧੀ ਨੂੰ ਕੁਝ ਅਜਿਹਾ ਖਿਲਾ ਦਿੱਤਾ ਸੀ ਜਿਸ ਨਾਲ ਉਸ ਦਾ ਸਰੀਰ ਠੰਡਾ ਤੇ ਨੀਲਾ ਹੋ ਗਿਆ ਸੀ। ਮੇਰੀ ਧੀ ਜਿੱਦਾਂ ਸੀ। ਹੁਣ ਮੈਂ ਕੀ ਕਰਦੀ? ਮੈਂ ਉਸ ਨੌਕਰਾਣੀ ਕੋਲ ਗਈ ਤੇ ਕਿਹਾ ਕਿ ਇੱਕ ਤੂੰ ਹੀ ਹੈ ਜੋ ਮੇਰੀ ਮਦਦ ਕਰ ਸਕਦੀ ਹੈ। ਮੇਰੀ ਧੀ ਨੂੰ ਬਚਾਉਣ ਵਿੱਚ, ਇੰਨੇ ਲੋਕਾਂ ਦੇ ਚੁੰਗਲ ਵਿੱਚੋਂ ਨਿਕਲਣ ਵਿੱਚ ਮੇਰੀ ਮਦਦ ਕਰੋ। ਮੈਂ ਉਸ ਦੇ ਅੱਗੇ ਹੱਥ ਜੋੜ ਕੇ ਖੜੀ ਸੀ। ਮੈਂ ਕਿਹਾ ਕਿ ਮੈਂ ਤੁਹਾਡਾ ਅਹਿਸਾਨ ਸਾਰੀ ਜ਼ਿੰਦਗੀ ਨਹੀਂ ਭੁੱਲਾਂਗੀ। ਮੈਂ ਜਲਦੀ ਨਾਲ ਆਪਣੇ ਹੱਥ ਵਿੱਚ ਸੋਨੇ ਦੀਆਂ ਚੂੜੀਆਂ ਉਤਾਰੀਆਂ ਤੇ ਉਸ ਨੂੰ ਦੇ ਦਿੱਤੀਆਂ। ਉਹ ਮੇਰੇ ਘਰਵਾਲੇ ਦੀ ਆਖਰੀ ਨਿਸ਼ਾਨੀ ਸੀ, ਜਿਸ ਨੂੰ ਮੈਂ ਹਰ ਸਮੇਂ ਆਪਣੇ ਹੱਥਾਂ ਵਿੱਚ ਰੱਖਦੀ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਮੇਰੀ ਧੀ ਨੂੰ ਇਸ ਖਿੜਕੀ ਰਾਹੀਂ ਬਾਹਰ ਕੱਢ ਕੇ ਕਿਤੇ ਸੁਰੱਖਿਅਤ ਥਾਂ 'ਤੇ ਲੈ ਜਾ। ਨੌਕਰਾਣੀ, ਜਿਸ ਦਾ ਨਾਂ ਅੰਜੂ ਸੀ, ਉਸ ਨੇ ਆਪਣੀ ਜੇਬ ਵਿੱਚੋਂ ਇੱਕ ਮੋਬਾਈਲ ਕੱਢਿਆ ਅਤੇ ਕਿਸੇ ਨੂੰ ਫੋਨ ਕਰਕੇ ਉੱਥੇ ਬੁਲਾ ਲਿਆ ਸੀ। 2 ਮਿੰਟ ਬਾਅਦ ਖਿੜਕੀ ਦੇ ਨੀਚੇ 2 ਔਰਤਾਂ ਖੜੀਆਂ ਸੀ। ਮੈਂ ਤੇ ਅੰਜੂ ਨੇ ਰੌਸ਼ਨੀ ਨੂੰ ਖਿੜਕੀ ਰਾਹੀਂ ਨੀਚੇ ਉਤਾਰ ਦਿੱਤਾ ਸੀ। ਉਹ ਰੌਸ਼ਨੀ ਦੀ ਥਾਂ 'ਤੇ ਲੇਟ ਗਈ ਸੀ। ਮੈਨੂੰ ਅੰਜੂ ਨੇ ਕਿਹਾ ਕਿ ਤੁਸੀਂ ਵੀ ਇੱਥੋਂ ਚਲੇ ਜਾਓ, ਕਿਤੇ ਇਹ ਲੋਕ ਤੁਹਾਨੂੰ ਕੋਈ ਨੁਕਸਾਨ ਨਾ ਪਹੁੰਚਾਉਣ। ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰ ਮੇਰੀ ਧੀ ਨਾਲ ਇਹਨਾਂ ਨੇ ਕੀ ਕੀਤਾ ਸੀ। ਅੰਜੂ ਨੇ ਕਿਹਾ, ਸੱਚ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਪਰ ਮੈਂ ਕਿਹਾ ਕਿ ਮੈਂ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕਰਨਾ ਹੈ। ਬਾਹਰ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਤਾਂ ਅੰਜੂ ਨੇ ਦਰਵਾਜ਼ਾ ਖੋਲ੍ਹ ਕੇ ਕਿਹਾ ਕਿ ਰੌਸ਼ਨੀ ਮੈਡਮ ਦੀ ਮਾਂ ਉਸ ਨੂੰ ਮਿਲ ਕੇ ਖਿੜਕੀ ਰਾਹੀਂ ਚਲੀ ਗਈ ਹੈ। ਰੌਸ਼ਨੀ ਦੀ ਸੱਸ ਅੰਦਰ ਆਈ ਤੇ ਬੋਲੀ, ਖਿੜਕੀ ਰਾਹੀਂ ਕਿਉਂ ਗਈ? ਦਰਵਾਜ਼ੇ ਰਾਹੀਂ ਵੀ ਜਾ ਸਕਦੀ ਸੀ। ਨੌਕਰਾਣੀ ਨੇ ਕਿਹਾ ਕਿ ਉਹ ਬੋਲ ਰਹੀ ਸੀ ਕਿ ਇਹਨਾਂ ਨੇ ਮੇਰੀ ਧੀ ਦਾ ਧਿਆਨ ਨਹੀਂ ਰੱਖਿਆ ਤੇ ਉਹ ਮਰ ਗਈ। ਮੈਂ ਇਹਨਾਂ ਦੀ ਸ਼ਕਲ ਨਹੀਂ ਦੇਖਣਾ ਚਾਹੁੰਦੀ। ਮੇਰਾ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਹੈ। ਰੌਸ਼ਨੀ ਦੀ ਸੱਸ ਨੇ ਮੇਰੇ ਬਾਰੇ ਉਲਟੇ ਸਿੱਧੇ ਬੋਲ ਬੋਲੀ। ਮੇਰੇ ਸਾਹਮਣੇ ਉਹ ਕਿੰਨਾ ਮਿੱਠਾ ਬੋਲਦੀ ਸੀ ਤੇ ਮੇਰੀ ਪਿੱਠ ਪਿੱਛੇ ਕਿੰਨੀ ਜ਼ਹਿਰ ਉਗਲ ਰਹੀ ਸੀ। ਮੈਂ ਚੁੱਪ ਸੀ ਤੇ ਇਸ ਉਡੀਕ ਵਿੱਚ ਸੀ ਕਿ ਕਦੋਂ ਕੁਝ ਕਹੇ ਤੇ ਮੈਨੂੰ ਕੋਈ ਸੁਰਾਗ ਮਿਲੇ ਤੇ ਮੈਂ ਰੰਗੇ ਹੱਥੀਂ ਇਹਨਾਂ ਦਾ ਤਮਾਸ਼ਾ ਬਣਾਵਾਂ। ਪਰ ਉਹ ਕੁਝ ਨਾ ਬੋਲੀ ਤੇ ਮੇਰੇ ਅੰਤਿਮ ਸੰਸਕਾਰ ਦੀ ਤਿਆਰੀ ਕਰਨ ਲੱਗੇ। ਫਿਰ ਮੈਨੂੰ ਚੁੱਕ ਕੇ ਲੈ ਗਏ। ਹੁਣ ਮੈਨੂੰ ਡਰ ਲੱਗ ਰਿਹਾ ਸੀ ਕਿ ਮੇਰੇ ਕੋਲ ਕੋਈ ਰਾਹ ਨਹੀਂ ਸੀ। ਮੇਰੀ ਚਿਤਾ ਤਿਆਰ ਕਰ ਦਿੱਤੀ। ਹੁਣ ਮੈਨੂੰ ਚਿਤਾ 'ਤੇ ਰੱਖ ਦਿੱਤਾ ਤੇ ਚਿਤਾ ਨੂੰ ਅੱਗ ਲਾ ਦਿੱਤੀ। ਮੈਨੂੰ ਸਾਰੇ ਲੋਕਾਂ ਦੇ ਭੱਜਣ ਦੀ ਆਵਾਜ਼ ਆਈ ਤੇ ਮੈਨੂੰ ਅੰਜੂ ਨੇ ਜਲਦੀ ਨਾਲ ਚਿਤਾ ਵਿੱਚੋਂ ਕੱਢ ਲਿਆ, ਕਿਉਂਕਿ ਅੱਗ ਅਜੇ ਨੀਚੇ ਵਾਲੀ ਲੱਕੜਾਂ ਨੂੰ ਹੀ ਲੱਗੀ ਸੀ। ਉਸ ਨੇ ਮੈਨੂੰ ਜਲਦੀ ਨਾਲ ਲਿਜਾ ਕੇ ਇੱਕ ਸੁਨਸਾਨ ਜਿਹੀ ਥਾਂ 'ਤੇ ਬਿਠਾਇਆ। ਉਸ ਨੇ ਕਿਹਾ ਕਿ ਮੈਂ ਹੀ ਕਿਹਾ ਸੀ ਕਿ ਰੌਸ਼ਨੀ ਬਹੂ ਦਾ ਭੂਤ ਕਮਰੇ ਵਿੱਚ ਘੁੰਮ ਰਿਹਾ ਹੈ। ਇਹ ਸੁਣ ਕੇ ਸਾਰੇ ਉੱਥੋਂ ਭੱਜ ਗਏ। ਅੰਜੂ ਨੇ ਮੈਨੂੰ ਪਾਣੀ ਪਿਲਾਇਆ। ਫਿਰ ਮੇਰੇ ਸਾਹ ਕੁਝ ਕੰਟਰੋਲ ਵਿੱਚ ਆਏ। ਫਿਰ ਉਹ ਮੈਨੂੰ ਝੋਪੜੀ ਵਿੱਚ ਲੈ ਕੇ ਗਈ ਜਿੱਥੇ ਰੌਸ਼ਨੀ ਨੂੰ ਰੱਖਿਆ ਸੀ। ਮੈਂ ਉਸ ਦੇ ਪੈਰਾਂ ਵਿੱਚ ਗਿਰ ਗਈ। ਉਸ ਨੇ ਅੱਜ ਮੇਰੀ ਤੇ ਮੇਰੀ ਧੀ ਦੀ ਜਾਨ ਬਚਾਈ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਸਾਰੀ ਸੱਚਾਈ ਦੱਸ, ਕੀ ਹੋਇਆ ਸੀ? ਇਹ ਮੇਰੀ ਧੀ ਨੂੰ ਕਿਉਂ ਮਾਰਨਾ ਚਾਹੁੰਦੇ ਸੀ? ਫਿਰ ਅੰਜੂ ਨੇ ਦੱਸਿਆ ਕਿ ਭੈਣ ਜੀ, ਜਦੋਂ ਦੀ ਰੌਸ਼ਨੀ ਦੀ ਸੱਸ ਉਸ ਨੂੰ ਇੱਥੇ ਲੈ ਕੇ ਆਈ ਸੀ, ਉਦੋਂ ਤੋਂ ਹੀ ਉਸ ਨੂੰ ਦੁੱਧ ਵਿੱਚ ਕੁਝ ਮਿਲਾ ਕੇ ਦਿੰਦੀ ਸੀ। ਇੱਕ ਦਿਨ ਮੈਂ ਪੁੱਛ ਲਿਆ ਕਿ ਇਹ ਕੀ ਹੈ ਤਾਂ ਉਹ ਮੈਨੂੰ ਭੱਜ ਕੇ ਪਈ। ਫਿਰ ਕਹਿਣ ਲੱਗੀ, ਹੋਣ ਵਾਲੇ ਬੱਚੇ ਲਈ ਇੱਕ ਪਾਊਡਰ ਹੈ ਜੋ ਕਿ ਬੱਚੇ ਦੀ ਸਿਹਤ ਵਧੀਆ ਰੱਖਦਾ ਹੈ। ਹੌਲੀ-ਹੌਲੀ ਰੌਸ਼ਨੀ ਬਹੂ ਦੀ ਤਬੀਅਤ ਖਰਾਬ ਹੋਣ ਲੱਗੀ। ਇੱਕ ਦਿਨ ਉਸ ਨੇ ਆਪਣਾ ਬੱਚਾ ਵੀ ਖੋ ਦਿੱਤਾ। ਉਸ ਦਿਨ ਮੈਂ ਸਮਝ ਗਈ ਕਿ ਦਾਲ ਵਿੱਚ ਕੁਝ ਕਾਲਾ ਹੈ।
ਉਹ ਕੋਈ ਤਾਕਤ ਦਾ ਪਾਊਡਰ ਨਹੀਂ ਸੀ, ਉਹ ਇੱਕ ਅਜਿਹੀ ਦਵਾਈ ਸੀ ਜੋ ਰੋਸ਼ਨੀ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾ ਰਹੀ ਸੀ। ਪਰ ਰੋਸ਼ਨੀ ਬਹੂ ਦੀ ਸੱਸ ਹਾਲੇ ਵੀ ਉਸ ਨੂੰ ਉਹ ਦਵਾਈ ਵਾਲਾ ਦੁੱਧ ਪਿਲਾ ਰਹੀ ਸੀ। ਮੈਂ ਉਸ ਦੇ ਇਰਾਦੇ ਜਾਣ ਗਈ ਕਿ ਉਹ ਉਸ ਨੂੰ ਮਾਰਨਾ ਚਾਹੁੰਦੀ ਹੈ। ਮੈਂ ਆਪਣੇ ਜਾਣਨ ਵਾਲੀ ਤੋਂ ਇੱਕ ਅਜਿਹੀ ਬੂਟੀ ਲਈ ਜਿਸ ਨੂੰ ਖਾ ਕੇ ਇਨਸਾਨ ਮਰਦਾ ਨਹੀਂ, ਪਰ ਉਸ ਦਾ ਰੰਗ ਨੀਲਾ ਤੇ ਸਰੀਰ ਠੰਡਾ ਹੋ ਜਾਂਦਾ, ਪਰ ਦੇਖਣ ਵਾਲੇ ਨੂੰ ਲੱਗਦਾ ਕਿ ਇਨਸਾਨ ਮਰ ਗਿਆ। ਪਰ ਇਸ ਬੂਟੀ ਦਾ ਇਲਾਜ ਕਰਵਾ ਦਿਓ ਤਾਂ ਇਨਸਾਨ ਬਚ ਜਾਂਦਾ। ਇਸ ਲਈ ਇਹ ਬੂਟੀ ਮੈਂ ਰੋਸ਼ਨੀ ਬਹੂ ਨੂੰ ਖਵਾ ਦਿੱਤੀ ਅਤੇ ਉਸ ਦੀ ਸੱਸ ਨੂੰ ਲੱਗਿਆ ਕਿ ਉਸ ਦਾ ਨੁਸਖਾ ਕੰਮ ਕਰ ਗਿਆ ਤੇ ਉਹ ਮਰ ਗਈ। ਅੰਜੂ ਦੀ ਸਾਰੀ ਗੱਲ ਸੁਣ ਕੇ ਮੇਰੇ ਸਰੀਰ ਵਿੱਚ ਕੰਬਣੀ ਛਿੜ ਗਈ। ਪਤਾ ਨਹੀਂ ਮੇਰੀ ਧੀ ਨਾਲ ਇਹਨਾਂ ਦੀ ਕੀ ਦੁਸ਼ਮਣੀ ਸੀ। ਮੇਰੀ ਧੀ ਦਾ ਇਲਾਜ ਅੰਜੂ ਪੂਰੇ 8 ਦਿਨ ਕਰਦੀ ਰਹੀ। ਜਦੋਂ ਰੋਸ਼ਨੀ ਬਿਲਕੁਲ ਠੀਕ ਹੋ ਗਈ ਤਾਂ ਮੈਂ ਉਸ ਨੂੰ ਰਾਤ ਦੇ ਹਨੇਰੇ ਵਿੱਚ ਆਪਣੇ ਘਰ ਲੈ ਕੇ ਆਈ ਤੇ ਉਸ ਨੂੰ ਛੁਪਾ ਕੇ ਰੱਖਿਆ। ਕਿਸੇ ਦੇ ਸਾਹਮਣੇ ਨਾ ਆਉਣ ਦਿੱਤਾ ਤੇ ਨਾ ਹੀ ਕਿਸੇ ਨੂੰ ਦੱਸਿਆ ਕਿ ਮੇਰੀ ਧੀ ਜਿਉਂਦੀ ਹੈ। ਹੁਣ ਮੈਂ ਸੋਚ ਰਹੀ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਮੈਂ ਰੋਸ਼ਨੀ ਨੂੰ ਸਭ ਦੱਸ ਦਿੱਤਾ। ਉਸ ਨੂੰ ਸੱਚ ਨਹੀਂ ਆ ਰਿਹਾ ਸੀ। ਉਹ ਮੇਰੀ ਗੋਦੀ ਵਿੱਚ ਸਿਰ ਰੱਖ ਕੇ ਰੋ ਰਹੀ ਸੀ। ਰੋਸ਼ਨੀ ਨੇ ਕਿਹਾ ਕਿ ਮਾਂ, ਮੇਰੀ ਸੱਸ ਨੇ ਮੈਨੂੰ ਕਦੀ ਕੁਝ ਨਹੀਂ ਕਿਹਾ, ਆਪਣੀ ਧੀ ਵਾਂਗ ਪਿਆਰ ਕੀਤਾ। ਮੇਰਾ ਧਿਆਨ ਰੱਖਦੀ, ਮੈਂ ਆਪਣਾ ਬੱਚਾ ਵੀ ਖੋ ਦਿੱਤਾ ਸੀ। ਫਿਰ ਮੇਰੀ ਸੱਸ ਮੇਰਾ ਬਹੁਤ ਧਿਆਨ ਕਰਦੀ। ਮੈਨੂੰ ਕੀ ਪਤਾ ਸੀ ਕਿ ਮੈਨੂੰ ਦੁੱਧ ਵਿੱਚ ਜ਼ਹਿਰ ਪਾ ਕੇ ਪਿਲਾ ਰਹੀ ਸੀ, ਜਿਸ ਨਾਲ ਮੇਰੀ ਜਾਨ ਜਾ ਸਕਦੀ ਸੀ। ਪਰ ਮਾਂ, ਮੈਂ ਤਾਂ ਰਾਜ ਨੂੰ ਦਿਲੋਂ ਪਿਆਰ ਕੀਤਾ ਸੀ, ਪਰ ਮੇਰੀ ਸੱਸ ਨੇ ਮੇਰੇ ਨਾਲ ਇਹ ਕੀਤਾ। ਪਰ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਰਾਜ ਸ਼ਾਮਲ ਨਹੀਂ, ਕਿਉਂਕਿ ਉਹ ਤਾਂ ਮੈਨੂੰ ਬਹੁਤ ਪਿਆਰ ਕਰਦਾ ਸੀ। ਪਰ ਮੈਂ ਉਸ ਨੂੰ ਰੋਕ ਦਿੱਤਾ ਕਿ ਹਾਲੇ ਮੈਨੂੰ ਕਿਸੇ ਤੇ ਯਕੀਨ ਨਹੀਂ ਸੀ ਕਿ ਪਤਾ ਰਾਜ ਵੀ ਇਸ ਵਿੱਚ ਸ਼ਾਮਲ ਹੋਵੇ। ਇੱਕ ਦਿਨ ਮੈਂ ਬਾਜ਼ਾਰ ਵਿੱਚ ਗਈ ਤਾਂ ਉੱਥੇ ਜੋ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਮੈਂ ਰਾਜ ਨੂੰ ਬਾਜ਼ਾਰ ਵਿੱਚ ਇੱਕ ਕੁੜੀ ਦੇ ਨਾਲ ਦੇਖਿਆ। ਉਹ ਬਹੁਤ ਖੁਸ਼ ਸੀ। ਉਸ ਨੂੰ ਵੇਖਣ ਤੋਂ ਨਹੀਂ ਲੱਗਦਾ ਸੀ ਕਿ ਉਸ ਨੂੰ ਰੋਸ਼ਨੀ ਦੇ ਮਰਨ ਦਾ ਕੋਈ ਦੁੱਖ ਹੈ। ਉਸ ਨੂੰ ਦੇਖਦੇ ਮੈਨੂੰ ਸਮਝ ਆ ਗਈ ਸੀ ਕਿ ਉਹ ਵੀ ਇਸ ਵਿੱਚ ਸ਼ਾਮਿਲ ਹੈ। ਮੈਂ ਉਹਨਾਂ ਲੋਕਾਂ ਨੂੰ ਏਦਾਂ ਨਹੀਂ ਛੱਡ ਸਕਦੀ ਸੀ ਜਿਨ੍ਹਾਂ ਨੇ ਮੇਰੀ ਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਪੁਲਿਸ ਕੋਲ ਗਈ ਤੇ ਸਭ ਉਹਨਾਂ ਨੂੰ ਦੱਸ ਦਿੱਤਾ ਸੀ। ਪੁਲਿਸ ਨੇ ਤੁਰੰਤ ਐਕਸ਼ਨ ਲਿਆ। ਮੈਂ ਪੁਲਿਸ ਨੂੰ ਲੈ ਕੇ ਰਾਜ ਦੇ ਪਿੰਡ ਗਈ। ਰੋਸ਼ਨੀ ਮੈਨੂੰ ਦੇਖ ਕੇ ਘਬਰਾ ਗਈ। ਫਿਰ ਆਪਣੇ ਆਪ ਨੂੰ ਸੰਭਾਲ ਕੇ ਕਹਿਣ ਲੱਗੀ ਕਿ ਮੈਂ ਆਪਣੀ ਨੂੰਹ ਨੂੰ ਬਹੁਤ ਪਿਆਰ ਕਰਦੀ ਸੀ, ਉਸ ਦਾ ਬਹੁਤ ਧਿਆਨ ਰੱਖਦੀ ਸੀ। ਉਸ ਦੀ ਮੌਤ ਤਾਂ ਅਚਾਨਕ ਹੋਈ ਹੈ। ਪਿੰਡ ਵਾਲਿਆਂ ਨੇ ਵੀ ਕਿਹਾ ਕਿ ਉਸ ਦਾ ਪਰਿਵਾਰ ਬਹੁਤ ਵਧੀਆ ਹੈ, ਸਾਰੇ ਪਿੰਡ ਦੀ ਮਦਦ ਕਰਦੇ ਨੇ। ਪਰ ਪੁਲਿਸ ਨਾ ਮੰਨੀ। ਉਸਨੇ ਸਾਰੇ ਘਰ ਦੀ ਤਲਾਸ਼ੀ ਲਿੱਤੀ। ਰੋਸ਼ਨੀ ਦੀ ਸੱਸ ਦੇ ਕਮਰੇ ਵਿੱਚੋਂ ਦਵਾਈ ਮਿਲੀ ਜੋ ਰੋਸ਼ਨੀ ਨੂੰ ਦੁੱਧ ਵਿੱਚ ਪਾ ਕੇ ਦਿੰਦੀ ਸੀ। ਉਸਨੇ ਹਾਲੇ ਤੱਕ ਉਹ ਦਵਾਈ ਸੁੱਟੀ ਨਹੀਂ ਸੀ। ਉਸ ਨੂੰ ਇਹ ਸੀ ਕਿ ਮੈਨੂੰ ਕਿਹੜਾ ਕੋਈ ਪੁੱਛਣ ਆਊਗਾ। ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਥਾਣੇ ਵਿੱਚ ਲੈ ਆਈ। ਪੁਲਿਸ ਨੇ ਉਹਨਾਂ ਦੀ ਖੂਬ ਖਾਤਰਦਾਰੀ ਕੀਤੀ ਅਤੇ ਪੁਲਿਸ ਦੀ ਮਾਰ ਤੋਂ ਡਰ ਕੇ ਰੋਸ਼ਨੀ ਦੀ ਸੱਸ ਨੇ ਸਭ ਸੱਚ ਦੱਸ ਦਿੱਤਾ ਕਿ ਹਾਂ, ਮੈਂ ਰੋਸ਼ਨੀ ਦੀ ਜਾਨ ਲਈ ਹੈ, ਉਸ ਦੇ ਬੱਚੇ ਨੂੰ ਵੀ ਮਾਰਿਆ ਹੈ। ਉਸਨੇ ਕਿਹਾ ਕਿ ਇਹ ਇੱਕ ਸੋਚੀ ਸਮਝੀ ਚਾਲ ਸੀ। ਫਿਰ ਉਸਨੇ ਜੋ ਦੱਸਿਆ, ਉਸਨੇ ਮੇਰੇ 20 ਸਾਲ ਪਹਿਲਾਂ ਦੇ ਜ਼ਖਮ ਹਰੇ ਕਰ ਦਿੱਤੇ ਸਨ। ਉਸਨੇ ਮੈਨੂੰ ਕਿਹਾ ਕਿ ਮੇਰਾ ਭਰਾ ਰਾਹੁਲ ਤੇਰੇ ਨਾਲ ਵਿਆਹ ਲਈ ਮਸਾਂ ਮੰਨਿਆ ਸੀ। ਉਹ ਸਾਡਾ ਇਕੱਲਾ ਭਰਾ ਸੀ। ਅਸੀਂ ਸਾਰੇ ਖੁਸ਼ ਸੀ। ਤੇਰੇ ਨਾਲ ਉਸਦਾ ਰਿਸ਼ਤਾ ਤੈਅ ਹੋਇਆ ਸੀ। ਤੂੰ ਉਸ ਨਾਲ ਵਿਆਹ ਕਰਵਾਉਣ ਤੋਂ ਨਾ ਕਰ ਦਿੱਤੀ ਤੇ ਰਿਸ਼ਤਾ ਤੋੜ ਦਿੱਤਾ। ਉਸਨੇ ਤੈਨੂੰ ਦੇਖ ਲਿਆ ਸੀ। ਉਹ ਪਾਗਲਾਂ ਵਾਂਗ ਹੋ ਗਿਆ ਸੀ ਤੇ ਉਹ ਕਹਿੰਦਾ ਸੀ ਕਿ ਜੇਕਰ ਵਿਆਹ ਕਰਵਾਇਆ ਤਾਂ ਤੇਰੇ ਨਾਲ, ਨਹੀਂ ਤਾਂ ਨਹੀਂ ਕਰਵਾਉਣਾ। ਉਸਨੇ ਤੇਰੇ ਅੱਗੇ ਆਪਦੇ ਪਿਆਰ ਦਾ ਇਜ਼ਹਾਰ ਕੀਤਾ ਸੀ, ਪਰ ਤੂੰ ਉਸ ਦੇ ਮੂੰਹ ਤੇ ਥੱਪੜ ਮਾਰਿਆ ਸੀ ਤੇ ਕਿਹਾ ਕਿ ਮੈਂ ਤੇਰੇ ਤੋਂ ਨਫ਼ਰਤ ਕਰਦੀ ਹਾਂ। ਫਿਰ ਤੂੰ ਆਪਣੇ ਆਸ਼ਿਕ ਨਾਲ ਵਿਆਹ ਕਰਵਾ ਲਿਆ ਸੀ। ਮੇਰਾ ਭਰਾ ਸਦਮੇ ਵਿੱਚ ਚਲਾ ਗਿਆ ਸੀ ਤੇ ਉਸਨੇ ਆਪਣੀ ਜਾਨ ਲੈ ਲਈ ਸੀ। ਅਸੀਂ ਆਪਣੇ ਭਰਾ ਦੇ ਦੁੱਖ ਵਿੱਚ ਬਹੁਤ ਦੁਖੀ ਸੀ। ਸਾਡੀ ਮਾਂ ਉਸ ਦੇ ਦੁੱਖ ਵਿੱਚ ਚਲੀ ਗਈ। ਫਿਰ ਅਸੀਂ ਸੋਚ ਲਿਆ ਸੀ ਕਿ ਤੇਰੇ ਤੋਂ ਬਦਲਾ ਲਵਾਂਗੇ। ਤੇਰੇ ਘਰਵਾਲੇ ਦਾ ਐਕਸੀਡੈਂਟ ਵੀ ਸੋਚੀ ਸਮਝੀ ਸਾਜ਼ਿਸ਼ ਸੀ, ਪਰ ਸਾਨੂੰ ਫਿਰ ਵੀ ਚੈਨ ਨਹੀਂ ਆਇਆ। ਸਾਨੂੰ ਪਤਾ ਲੱਗਾ ਹੁਣ ਤੇਰੇ ਕੋਲ ਤੇਰੀ ਧੀ ਹੈ। ਅਸੀਂ ਤੇਰੇ ਤੋਂ ਤੇਰੀ ਹਰ ਖੁਸ਼ੀ ਖੋਹ ਲੈਣਾ ਚਾਹੁੰਦੇ ਸੀ। ਫਿਰ ਮੇਰੀ ਭੈਣ ਨੇ ਤੈਨੂੰ ਮੇਰੇ ਮੁੰਡੇ ਦੀ ਦੱਸ ਪਾਈ। ਫਿਰ ਮੈਂ ਤੇਰੀ ਧੀ ਤੋਂ ਬਦਲਾ ਲੈਣਾ ਸ਼ੁਰੂ ਕੀਤਾ। ਰੋਸ਼ਨੀ ਦੀ ਸੱਸ ਦੇ ਮੂੰਹ ਵਿੱਚੋਂ ਇਹ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸਨ। ਇੰਨੇ ਨੂੰ ਅੰਜੂ ਮੇਰੀ ਧੀ ਨੂੰ ਲੈ ਕੇ ਆ ਗਈ। ਰੋਸ਼ਨੀ ਨੂੰ ਜਿਉਂਦੀ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਮੈਂ ਸਾਰੀ ਗੱਲ ਪੁਲਿਸ ਨੂੰ ਦੱਸੀ ਕਿ ਕਿਵੇਂ ਮੈਂ ਆਪਣੀ ਧੀ ਨੂੰ ਬਚਾਇਆ ਸੀ। ਹੁਣ ਸਭ ਦੇ ਸਾਹਮਣੇ ਸੀ। ਉਹਨਾਂ ਨੂੰ ਸਜ਼ਾ ਹੋ ਗਈ ਸੀ। ਗੁਨਾਹਗਾਰਾਂ ਨੂੰ ਸਜ਼ਾ ਮਿਲ ਗਈ ਸੀ।
ਪਰ ਮੇਰੀ ਧੀ ਦਾ ਤਲਾਕ ਵੀ ਕਰਵਾ ਦਿੱਤਾ ਸੀ। ਪਰ ਮੇਰੇ ਘਰ ਵਾਲੇ ਨੂੰ ਬਿਨਾਂ ਕਿਸੇ ਗੱਲ ਦੀ ਸਜ਼ਾ ਮਿਲੀ ਸੀ। ਇਹ ਗਮ ਮੈਨੂੰ ਅੰਦਰੋਂ ਹੀ ਅੰਦਰ ਖਾ ਰਿਹਾ ਸੀ। ਪਰ ਮੈਂ ਆਪਣੇ ਆਪ ਨੂੰ ਸੰਭਾਲ ਲਿਆ। ਜੇਕਰ ਮੈਂ ਟੁੱਟ ਜਾਂਦੀ ਤਾਂ ਰੌਸ਼ਨੀ ਨੂੰ ਕੌਣ ਦੇਖਦਾ? ਉਸ ਦਾ ਸਭ ਕੁਝ ਲੁੱਟ ਗਿਆ ਸੀ। ਉਸਨੇ ਰਾਜ ਨੂੰ ਸੱਚੇ ਦਿਲ ਤੋਂ ਪਿਆਰ ਕੀਤਾ ਸੀ ਅਤੇ ਉਸ ਦਾ ਦਿਲ ਟੁੱਟ ਗਿਆ ਸੀ, ਤੇ ਜਦੋਂ ਦਿਲ ਟੁੱਟਦਾ ਬਹੁਤ ਦਰਦ ਹੁੰਦਾ ਹੈ। ਮੈਂ ਰੌਸ਼ਨੀ ਦਾ ਬਹੁਤ ਧਿਆਨ ਰੱਖਿਆ। ਹੁਣ ਉਹ ਹੌਲੀ-ਹੌਲੀ ਆਪਣੇ ਦੁੱਖ ਵਿੱਚੋਂ ਬਾਹਰ ਆ ਗਈ ਸੀ। ਉਸ ਨੂੰ ਨੌਕਰੀ ਮਿਲ ਗਈ। ਹੁਣ ਅਸੀਂ ਦੋਨੋਂ ਮਾਵਾਂ-ਧੀਆਂ ਆਪਣੀ ਜ਼ਿੰਦਗੀ ਜੀਣ ਲੱਗੇ। ਮੈਂ ਰੌਸ਼ਨੀ ਨੂੰ ਦੂਜਾ ਵਿਆਹ ਕਰਵਾਉਣ ਲਈ ਕਹਿੰਦੀ ਹਾਂ, ਪਰ ਉਹ ਨਹੀਂ ਮੰਨਦੀ। ਪਰ ਹੁਣ ਮੈਂ ਸੋਚ ਲਿਆ ਹੈ ਕਿ ਭਾਵੇਂ ਮੁੰਡਾ ਅਮੀਰ ਨਾ ਹੋਵੇ, ਪਰ ਪਿਆਰ ਕਰਨ ਵਾਲਾ ਹੋਵੇ, ਜੋ ਮੇਰੀ ਧੀ ਨੂੰ ਪਿਆਰ ਕਰੇ। ਤੁਸੀਂ ਵੀ ਸਾਰੇ ਦੁਆ ਕਰੋ ਕਿ ਮੇਰੀ ਧੀ ਨੂੰ ਪਿਆਰ ਕਰਨ ਵਾਲਾ ਘਰ ਵਾਲਾ ਮਿਲੇ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ, ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।